ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਿਆਚੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਮਹਿਕ ਰੰਧਾਵਾ। ਦੀ ਹਿੰਦੂ ਕੋਆਪਰੇਟਿਵ ਬੈਂਕ ਦਾ ਮੁੱਦਾ ਪਿਛਲੇ 1 ਸਾਲ ਤੋਂ ਭਖਦਾ ਜਾ ਰਿਹਾ ਹੈ, ਪਰ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਨਿਕਲ ਰਿਹਾ। ਅੱਜ ਇਸੇ ਕੜੀ ਦੇ ਚਲਦੇ ਸਾਡੇ ਨਾਲ ਜੁੜੇ ਨੇ ਅਕਸ਼ੇ ਪੁੰਜ, ਜਿਹੜੇ ਨੇ ਕਾਂਗਰਸ ਦੇ ਲੀਡਰ ਨੇ। ਸਰ, ਸਭ ਤੋਂ ਪਹਿਲਾਂ ਨਮਸਕਾਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਜੀ ਮੇਰਾ ਜਿਹੜੇ ਕੇਆਰਟੀ ਨਿਊਜ਼ ਦੇ ਜਿੰਨੇ ਵਿਊਅਰਸ ਨੇ ਉਹਨਾਂ ਸਾਰਿਆਂ ਨੂੰ ਨਮਸਕਾਰ, ਪ੍ਰਣਾਮ ਉਹਨਾਂ ਨੂੰ। ਔਰ ਮੈਕ ਜੀ, ਤੁਸੀਂ ਔਰ ਤੁਹਾਡੀ ਸਾਰੀ ਟੀਮ ਇੱਥੇ ਆਈ ਹੈ, ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ, ਧੰਨਵਾਦ ਕਰਦਾ ਕਿ ਤੁਹਾਡੇ ਸਾਰੇ ਚੈਨਲ ਦੇ ਵਿਊਅਰਸ ਨੂੰ ਅੱਜ ਮੈਨੂੰ ਉਹਨਾਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਮਿਲਿਆ। ਅਕਸ਼ੇ ਜੀ, ਦੱਸੋ ਕਿ 1 ਸਾਲ ਹੋ ਗਿਆ ਹੈ ਤੇ ਹਿੰਦੂ ਕੋਆਪਰੇਟਿਵ ਬੈਂਕ ਦਾ ਮੁੱਦਾ ਜਿਹੜਾ ਹੈ ਉਹ ਭਖਦਾ ਜਾ ਰਿਹਾ ਹੈ। ਖਾਤਾ ਧਾਰਕ ਨੇ ਆਪਣੇ ਹੀ ਪੈਸੇ ਲੈਣ ਲਈ ਉਹ ਸੜਕਾਂ ਤੇ ਉਤਰੇ ਹੋਏ ਨੇ। ਤੁਹਾਨੂੰ ਕੀ ਲੱਗਦਾ ਕਦੋਂ ਤੱਕ ਸੋਲੂਸ਼ਨ ਹੋ ਜਾਏਗਾ ਇਸ ਚੀਜ਼ ਦਾ? ਦੇਖੋ ਜੀ, 1 ਸਾਲ ਦਾ ਮੁੱਦਾ ਨਹੀਂ ਹੈ, ਇਹ ਪਿਛਲੇ 2 ਸਾਲ ਦਾ ਮੁੱਦਾ ਹੈ। ਮੁੱਦਾ ਉਦੋਂ ਸਟਾਰਟ ਹੋਇਆ ਸੀਗਾ 24 ਮਾਰਚ 2019 ਨੂੰ, ਜਦੋਂ ਕਿ ਆਰਬੀਆਈ ਬੈਂਕ ਨੇ ਇਸ ਬੈਂਕ ਨੂੰ ਜਿਹੜਾ ਸੀਗਾ ਉਹਦਾ ਐਨਪੀਏ ਜਿਹੜਾ ਸੀਗਾ ਉਹ ਓਵਰ ਹੋ ਗਿਆ ਸੀ ਤੇ ਇਹਨੂੰ ਸ਼ਟ ਡਾਊਨ ਕਰ ਦਿੱਤਾ ਗਿਆ। ਔਰ ਆਮ ਜਨਤਾ ਜਿਹੜੇ ਪਠਾਨਕੋਟ ਦੇ ਵਾਸੀ ਸੀਗੇ ਉਹਨਾਂ ਦੇ ਪੈਸਿਆਂ ਦੇ ਉੱਤੇ, ਨਿਕਾਸੀ ਦੇ ਉੱਤੇ ਰੋਕ ਲਾਤੀ। ਔਰ ਉਦੋਂ ਇਹ ਮਸਲਾ ਜਿਹੜਾ ਉਹ ਸ਼ੁਰੂ ਹੋਇਆ ਔਰ ਇਸ ਮਸਲੇ ਦੇ ਉੱਤੇ ਪਿਛਲੇ 2 ਸਾਲ ਤੋਂ ਜਿਹੜੀ ਹੈ ਉਹ ਕਾਰਵਾਈਆਂ ਚੱਲ ਰਹੀਆਂ ਨੇ। ਔਰ ਇਸੇ ਦੇ ਵਿੱਚ ਜਿਹੜਾ ਪਿਛਲੇ ਸਾਲ 18 ਮਈ 2020 ਨੂੰ ਇੱਕ ਹਿੰਦੂ ਕੋਆਪਰੇਟਿਵ ਸੰਘਰਸ਼ ਸਮਿਤੀ ਜਿਹੜੀ ਹੈ ਉਹ ਲਗਾਤਾਰ ਧਰਨੇ ਪ੍ਰਦਰਸ਼ਨ ਜਿਹੜੀ ਉਹ ਕਰ ਰਹੀ ਹੈ। ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ, ਥੈਂਕਸ ਕਰਦਾ ਕਿ ਜਿਨ੍ਹਾਂ ਨੇ ਇੱਕ ਮਿਸਾਲ ਦੇ ਰੂਪ ਦੇ ਵਿੱਚ ਧਰਨੇ ਨੂੰ ਜਿਹੜਾ ਉਹ ਲਾਇਆ ਹੈ। ਔਰ ਸਾਡੇ ਸਾਰੇ ਪਠਾਨਕੋਟ ਵਾਸੀਆਂ ਨੂੰ ਇੱਕ ਆਸ ਹੈ, ਇੱਕ ਉਮੀਦ ਹੈ ਕਿ ਇਹ ਬੈਂਕ ਖੁੱਲੇਗਾ ਔਰ ਸਾਡੇ ਸਾਰਿਆਂ ਦੇ ਪੈਸੇ ਜਿਹੜੇ ਸਾਨੂੰ ਮਿਲਣਗੇ। ਔਰ ਮਹਿਕ ਜੀ, ਗੱਲ ਜਦੋਂ ਮੈਂ ਤੁਹਾਨੂੰ ਦੱਸਿਆ ਕਿ 24 ਮਾਰਚ 2019 ਨੂੰ ਸ਼ੁਰੂ ਹੋਈ ਹੈ, ਉਦੋਂ ਬੈਂਕ ਜਦੋਂ ਆਰਬੀਆਈ ਨੇ ਇਹਨੂੰ ਸ਼ਟ ਡਾਊਨ ਕੀਤਾ ਔਰ ਉਹਦੇ ਨਾਲ ਵਿੱਚ ਨਾ 3 ਮੇਨ ਕੰਡੀਸ਼ਨਸ ਜਿਹੜੀਆਂ ਆਰਬੀਆਈ ਬੈਂਕ ਨੇ ਲਾਈਆਂ। ਔਰ 3 ਕੰਡੀਸ਼ਨਸ ਕਿਹੜੀਆਂ ਸੀਗੀਆਂ ਕਿ ਇੱਕ ਤੇ ਜਿਹੜਾ ਇਹਦਾ ਐਨਪੀਏ 80 ਕਰੋੜ ਰੁਪਏ ਐਨਪੀਏ ਹੈ ਉਹ ਜਿਹੜਾ ਉਹਦੀ ਰਿਕਵਰੀ ਕੀਤੀ ਜਾਏ। ਔਰ ਦੂਸਰਾ ਸੀਗਾ ਕਿ ਜਿਹੜਾ ਇਹਦਾ ਸਟਾਫ ਜਿਹੜਾ ਓਵਰ ਸਟਾਫ ਹੈ ਉਹਨੂੰ ਜਿਹੜਾ ਡੈਪੂਟੇਸ਼ਨ ਤੇ ਭੇਜਿਆ ਜਾਏ ਤੇ ਜਾਂ ਜਿਹੜਾ ਉਹਨੂੰ ਮਤਲਬ ਕਿ ਇੱਥੋਂ ਟ੍ਰਾਂਸਫਰ ਕੀਤਾ ਜਾਏ। ਔਰ ਤੀਸਰੀ ਕੰਡੀਸ਼ਨ ਸੀਗੀ ਕਿ ਇਹਦੇ ਜਿਹੜੇ ਖਰਚੇ ਨੇ ਉਹ ਘਟਾਏ ਜਾਣ। ਔਰ ਮੈਂ ਸਮਝਦਾ ਕਿ ਅੱਜ ਦੀ ਡੇਟ ਤੱਕ ਇਹ ਤਿੰਨੇ ਮਸਲੇ ਜਿਹੜੇ ਤਿੰਨੇ ਕੰਡੀਸ਼ਨਾਂ ਸੀਗੀਆਂ ਉਹ ਫੁੱਲਫਿਲ ਹੋ ਚੁੱਕੀਆਂ ਨੇ, ਕਿਉਂਕਿ ਬੈਂਕ ਦੀ ਰਿਕਵਰੀ ਜਿਹੜੀ 90 ਤੋਂ 95% ਹੋ ਗਈ ਆ। ਬੈਂਕ ਦਾ ਸਟਾਫ ਵੀ ਡੈਪੂਟੇਸ਼ਨ ਤੇ ਚਲਾ ਗਿਆ ਔਰ ਜਿਹੜੀ ਉਹਨਾਂ ਨੇ ਖਰਚੇ ਵੀ ਆਪਣੇ ਜਿਹੜੇ ਮੇਨਟੇਨ ਕਰਕੇ ਘਟਾਏ ਨੇ। ਪਰ ਉਹਦੇ ਵਿੱਚ ਹੁਣ ਜਿਹੜਾ ਅਮਨ ਮਹਿਤਾ ਜੀ ਇਸ ਬੈਂਕ ਨੂੰ ਜਿਹੜਾ ਅੱਗੇ ਜਿਹੜਾ ਫਾਰਵਰਡ ਕਰ ਰਹੇ ਨੇ, ਉਹਨਾਂ ਦਾ ਆਪਣਾ ਪਬਲਿਕ ਡੋਮੇਨ ਦੇ ਵਿੱਚ ਬਿਆਨ ਹੈ ਕਿ ਇਹ ਬੈਂਕ ਜਿਹੜਾ ਹੈ ਆਈ ਥਿੰਕ ਮਾਰਚ ਦੇ ਲਾਗੇ ਛਾਗੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਇਹ ਬੈਂਕ ਜਿਹੜਾ ਪ੍ਰੋਫਿਟ ਦੇ ਵਿੱਚ ਆ ਚੁੱਕਾ ਹੈ, ਜਿਸ ਦੇ ਵਿੱਚ 6 ਕਰੋੜ ਦੇ ਲਗਭਗ ਉਹਨਾਂ ਨੇ ਪ੍ਰੋਫਿਟ ਦੱਸਿਆ। ਔਰ ਉਸ ਪ੍ਰੋਫਿਟ ਦਾ ਬਣਦਾ ਜੀਐਸਟੀ ਜਿਹੜਾ ਉਹ ਸਰਕਾਰ ਨੂੰ ਪੇ ਕੀਤਾ ਹੈ। ਔਰ ਹੁਣ ਇੱਕ ਵੱਡਾ ਪ੍ਰਸ਼ਨ ਜਿਹੜਾ ਉਹ ਖੜਾ ਹੁੰਦਾ ਹੈ, ਇੱਕ ਵੱਡਾ ਜਿਹੜਾ ਕੁਐਸਚਨ ਰਾਈਜ਼ ਹੁੰਦਾ ਹੈ ਕਿ ਕੰਡੀਸ਼ਨਾਂ ਵੀ ਪੂਰੀਆਂ ਹੋ ਗਈਆਂ ਤੇ ਬੈਂਕ ਪ੍ਰੋਫਿਟ 'ਚ ਵੀ ਆ ਗਿਆ ਤੇ ਫਿਰ ਇਹ ਬੈਂਕ ਕਿਉਂ ਨਹੀਂ ਖੁੱਲ ਰਿਹਾ? ਕਿਉਂ ਇਹ ਬੈਂਕ ਜਿਹੜਾ ਸਾਡੇ ਆਮ ਜਨਤਾ ਦੇ ਲੋਕਾਂ ਦੇ ਜਿਹਦੇ ਨਾਲ 80-90 ਹਜ਼ਾਰ ਜਿਹੜਾ ਅਕਾਊਂਟ ਹੋਲਡਰ ਔਰ ਉਹਦੇ ਨਾਲ 10 ਤੋਂ 12 ਹਜ਼ਾਰ ਜਿਹੜੇ ਸ਼ੇਅਰ ਹੋਲਡਰ ਜੁੜੇ ਨੇ, ਉਹਨਾਂ ਦੇ ਪੈਸੇ ਜਿਹੜੇ ਉਹਨਾਂ ਨੂੰ ਕਿਉਂ ਨਹੀਂ ਮਿਲ ਰਹੇ? ਇਹ ਬੈਂਕ 'ਚ ਜਿਹੜਾ ਘੁਟਾਲਾ ਕੀਤਾ ਗਿਆ, ਤੁਹਾਨੂੰ ਲੱਗਦਾ ਹੈ ਕੋਈ ਰਾਜਨੀਤਿਕ ਸ਼ੈ ਦੇ ਕਾਰਨ ਹੋਇਆ ਸਰ, ਜਿਹੜਾ ਬੈਂਕ ਹਜੇ ਤੱਕ ਆਪਣੇ ਪੈਰਾਂ ਤੇ ਨਹੀਂ ਆ ਪਾਇਆ? ਨਹੀਂ, ਦੇਖੋ ਜੀ, ਬੈਂਕ ਨੂੰ ਪੈਰਾਂ ਤੇ ਨਹੀਂ, ਬੈਂਕ ਤੇ ਮੈਂ ਤੁਹਾਨੂੰ ਦੱਸਿਆ ਕਿ ਬੈਂਕ ਸਟਿਲ ਅੱਜ ਤੱਕ ਜਿਹੜਾ ਉਹ ਪ੍ਰੋਫਿਟ 'ਚ ਆ ਚੁੱਕਿਆ ਹੈ। ਉਹ ਜਿਹੜੀ ਤੁਸੀਂ ਘੁਟਾਲੇ ਘਪਲੇ ਦੀ ਗੱਲ ਕਰ ਰਹੇ ਹੋ ਉਹ 2019 ਤੋਂ ਪਿਛਲੇ 10-12 ਸਾਲ ਦੀ ਗੱਲ ਕਰ ਰਹੇ ਹੋ ਕਿ 10-12 ਸਾਲ ਪਹਿਲਾਂ ਬੈਂਕ ਨੂੰ ਇਸ ਤਰ੍ਹਾਂ ਇਹਨੂੰ ਲੁੱਟਿਆ ਗਿਆ। ਇੱਕ ਇਹੋ ਜਿਹਾ ਨਾਂ ਉੱਪਰ ਕੇ ਆਇਆ ਕਿ ਜਿਹੜਾ ਸਾਰੀ ਪਬਲਿਕ ਨੂੰ ਪਤਾ ਹੈ ਕਿ ਉਹਨੇ ਇਸ ਬੈਂਕ ਦੇ ਨਾਲ ਜਿਹੜੀ ਹੈ ਉਹ ਬਹੁਤ ਗਲਤ ਤਰੀਕੇ ਨਾਲ ਇਹਦੀ ਮੈਨੇਜਮੈਂਟ ਕਰਕੇ ਆਪਣੇ ਘਰ ਭਰੇ ਨੇ ਔਰ ਬੈਂਕ ਨੂੰ ਬੇਰਹਿਮੀ ਨਾਲ ਜਿਹੜਾ ਲੁੱਟਿਆ ਹੈ। ਔਰ ਉਹ 10-12 ਸਾਲ ਦੀ ਹੀ ਰਿਜ਼ਲਟ ਸੀਗਾ ਕਿ 24 ਮਾਰਚ 2019 ਨੂੰ ਬੈਂਕ ਨੂੰ ਬੰਦ ਕਰਨਾ ਪਿਆ। ਔਰ ਅੱਜ ਉਹ ਸਾਰਾ ਸਿਸਟਮ ਰਿਕਵਰ ਹੋਣ ਦੇ ਬਾਵਜੂਦ, ਕਿਉਂਕਿ ਰਿਕਵਰ ਤੇ ਬੈਂਕ ਕਰ ਰਿਹਾ ਔਰ ਬੈਂਕ ਖੁੱਲ ਨਹੀਂ ਰਿਹਾ, ਰਨ ਨਹੀਂ ਹੋ ਰਿਹਾ, ਤੇ ਬੈਂਕ ਜਿੰਨਾ ਤੱਕ ਰਨ ਨਹੀਂ ਹੋਏਗਾ, ਖੁੱਲੇਗਾ ਨਹੀਂ, ਉਹਨਾਂ ਤੱਕ ਉਹਦੀ ਇਨਕਮ ਨਹੀਂ ਜਿਹੜੀ ਹੈ ਉਹ ਸ਼ੁਰੂ ਹੋਏਗੀ। ਤੇ ਬੈਂਕ ਦੀ ਇਨਕਮ ਨਾ ਹੋਈ ਤੇ ਜਿਸ ਤਰ੍ਹਾਂ ਉਹਨਾਂ ਨੇ ਬੈਂਕ ਅੱਜ ਪ੍ਰੋਫਿਟ 'ਚ ਦੱਸਿਆ, ਉਹ ਬੈਂਕ ਜਿਹੜਾ ਲਾਸ 'ਚ ਜਾਣਾ। ਔਰ ਉਹਨਾਂ ਦੇ ਵਿੱਚ ਸਿਆਣੇ ਕਹਿੰਦੇ ਨੇ ਕਿ ਬੈਠਿਆਂ ਖੂਹ ਵੀ ਜਿਹੜੇ ਖਾਦੇ ਜਾਂਦੇ ਨੇ। ਔਰ ਉਹੀ ਐਗਜ਼ਾਮਪਲ ਫਿੱਟ ਬੈਠਦੀ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਉਸ ਬੈਂਕ ਨੇ ਪ੍ਰੋਫਿਟ ਦੇ ਬਾਵਜੂਦ ਵੀ 8 ਤੋਂ 10 ਕਰੋੜ ਰੁਪਇਆ ਜਿਹੜਾ ਉਹ ਆਪਣੀ ਸੈਲਰੀਆਂ ਦੇ ਉੱਤੇ ਔਰ ਆਪਣੇ ਜਿਹੜੇ ਖਰਚਿਆਂ ਉੱਤੇ ਉਹਨਾਂ ਨੇ ਜਿਹੜਾ ਉਹ ਸਪੈਂਡ ਕੀਤਾ। ਤੇ ਅਸੀਂ ਚਾਹੁੰਦੇ ਹਾਂ ਵੀ ਇਹ ਬੈਂਕ ਮਹੀਨੇ 2 ਮਹੀਨੇ ਦੇ ਵਿੱਚ ਅਗਰ ਹੁਣ ਨਾ ਖੁੱਲਿਆ ਤੇ ਇਹ ਬੈਂਕ ਦੁਬਾਰਾ ਜਿਹੜੇ ਉਹ ਘੁਟਾਲੇ ਘਪਲੇ 10 ਸਾਲ ਪਹਿਲਾਂ ਹੋਏ ਸੀਗੇ, ਉਹ ਪੂਰਾ ਅੰਦੇਸ਼ਾ ਹੋ ਰਿਹਾ ਕਿ ਦੁਬਾਰਾ ਤੋਂ ਇਹੋ ਜਿਹੇ ਘੁਟਾਲੇ ਜਿਹੜੇ ਆ ਉਹ ਇਸ ਬੈਂਕ ਦੇ ਵਿੱਚ ਹੋਣਗੇ ਔਰ ਲੋਕਾਂ ਦਾ ਜਿਹੜਾ ਪੈਸਾ ਜਿਹੜਾ ਹੁਣ ਫੇਰ ਲੁੱਟਿਆ ਜਾਏਗਾ। ਬੈਂਕ ਜਿਹੜਾ ਫਿਰ ਬੰਦ ਹੋਣ ਦੀ ਪੋਜੀਸ਼ਨ ਤੇ ਆਏਗਾ। ਖਾਤਾ ਧਾਰਕਾਂ ਨੇ ਰੀਸੈਂਟਲੀ ਕੈਪਟਨ ਦੇ ਓਐਸਡੀ ਨੂੰ ਵੀ ਮੰਗ ਪੱਤਰ ਦਿੱਤਾ ਸੀ, ਪਰ ਉਸ ਤੋਂ ਬਾਅਦ ਵੀ ਕੋਈ ਰਿਵਰਟ ਨਹੀਂ ਆਇਆ।
ਦੇਖੋ ਜੀ, ਪੰਜਾਬ ਸਰਕਾਰ ਨੇ ਜਿਹੜਾ ਸੀਗਾ ਨਾ, ਉਹਦਾ ਕੰਮ ਸੀਗਾ ਉਹਨੇ ਵਧੀਆ ਤਰੀਕੇ ਨਾਲ ਕੀਤਾ ਹੈ, ਕਿਉਂਕਿ ਜਿਹੜੇ ਸਟਾਫ ਨੂੰ ਡੈਪੂਟੇਸ਼ਨ ਤੇ ਭੇਜਣਾ ਸੀਗਾ, ਉਹ ਵਰਕਿੰਗ ਜਿਹੜੀ ਹੈ ਸਾਡੇ ਮਿਨਿਸਟਰ ਸਾਹਿਬ ਨੇ, ਸੁਖੀ ਰੰਧਾਵਾ ਜੀ, ਸਰਦਾਰ ਸੁਜਿੰਦਰ ਸਿੰਘ ਰੰਧਾਵਾ ਜੀ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰਦੇ ਹੋਏ ਬੈਂਕ ਨੂੰ ਜਿਹੜਾ ਡੈਪੂਟੇਸ਼ਨ ਤੇ ਜਿਹੜਾ ਉਹ ਟ੍ਰਾਂਸਫਰ ਕੀਤਾ ਹੈ। ਔਰ ਜਿਹੜਾ ਮਰਜ ਦੀ ਗੱਲ ਜਿਹੜੀ ਬਾਰ-ਬਾਰ ਉੱਠਦੀ ਹੈ ਕਿ ਇਸ ਬੈਂਕ ਨੂੰ ਮਰਜ ਦਾ, ਉਹ ਵੀ ਜਿਹੜਾ ਪ੍ਰੋਸੈਸ ਚੱਲ ਰਿਹਾ, ਪਰ ਇਹਦੇ ਵਿੱਚ ਮੈਨੂੰ ਇਹ ਅੰਦੇਸ਼ਾ ਹੋ ਰਿਹਾ ਕਿ ਸਾਡੇ ਪਠਾਨਕੋਟ ਦੇ ਜਿਹੜੇ ਵਿਧਾਇਕ ਸਾਹਿਬ ਨੇ, ਉਹ ਕਿਤੇ ਕਮਜ਼ੋਰ ਸਾਬਿਤ ਹੋਏ ਨੇ, ਨਾਕਾਮ ਸਾਬਿਤ ਹੋਏ ਨੇ, ਕਿਉਂਕਿ ਜਿਹੜਾ 2 ਸਾਲ ਦਾ ਇੱਕ ਮਸਲਾ, ਇੱਕ ਏਡਾ ਵੱਡਾ ਮਸਲਾ, ਮੇਰੇ ਹਿਸਾਬ ਨਾਲ ਏਡਾ ਵੱਡਾ ਮਸਲਾ ਕੋਈ ਵੀ ਨਹੀਂ ਹੁੰਦਾ ਕਿ ਜਿਹੜਾ 2 ਸਾਲ ਦੇ ਟਾਈਮ ਬਾਅਦ ਵੀ ਜਿਹੜਾ ਉਹ ਨਾ ਹੱਲ ਹੋ ਸਕੇ, ਜਦ ਕਿ ਬੈਂਕ ਜਿਹੜਾ ਪ੍ਰੋਫਿਟ ਦੇ ਵਿੱਚ ਵੀ ਆ ਚੁੱਕਾ ਹੈ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਕਾਰਵਾਈ ਜੋ ਉਹਨਾਂ ਨੇ ਕੀਤੀ ਹੈ, ਉਹ ਕਿਸ ਤਰੀਕੇ ਨਾਲ ਕੀਤੀ ਹੈ, ਕੀ ਨਹੀਂ ਕੀਤਾ, ਉਹਦਾ ਰਿਜ਼ਲਟ ਜਿਹੜਾ ਪਬਲਿਕ ਨੂੰ ਹਜੇ ਨਹੀਂ ਮਿਲ ਰਿਹਾ, ਔਰ ਬੈਂਕ ਜਿਹੜਾ ਸਟਿਲ ਹਜੇ ਬੰਦ ਚੱਲ ਰਿਹਾ। ਬੀਤੇ ਦਿਨੀ ਵਿਧਾਇਕ ਅਮਿਤ ਵਿਜ ਜੀ ਦਾ ਜਿਹੜਾ ਬਿਆਨ ਆਇਆ ਸੀ, ਵਿਵਾਦਿਤ ਬਿਆਨ ਆਇਆ ਸੀ ਕਿ ਖਾਤਾ ਧਾਰਕਾਂ ਨੂੰ ਉਹਨਾਂ ਨੇ ਹਿੰਦੂ ਕੋਆਪਰੇਟਿਵ ਬੈਂਕ ਦੇ ਡਿਪੋਜ਼ਿਟਰਾਂ ਨੂੰ ਉਹਨਾਂ ਨੇ TRP ਲਈ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਇਹ TRP ਗੇਨ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਉਹ TRP ਲਈ ਸਭ ਕੁਝ ਕਰ ਰਹੇ ਨੇ ਖਾਤਾ ਧਾਰਕ? ਇਹ TRP ਕਹਿਣਾ ਹੀ ਇੱਕ ਵਿਧਾਇਕ ਵੱਲੋਂ ਗੱਲ ਜਿਹੜੀ ਕਹਿਣੀ ਮੇਰੇ ਖਿਆਲ ਨਾਲ ਤੇ ਇੱਕ ਬਹੁਤ ਹੀ ਛੋਟੀ ਔਰ ਨਿਮਨ ਵਰਗ ਦੀ ਗੱਲ ਹੈ, ਕਿਉਂਕਿ ਜਿਹੜਾ ਬੈਂਕ ਦੇ ਉੱਥੇ ਜਿਹੜੇ ਆਪਣੇ ਧਰਨੇ ਤੇ ਬੈਠੇ ਨੇ, ਬਜ਼ੁਰਗ ਬੈਠੇ ਨੇ, ਪੈਨਸ਼ਨ ਧਾਰਕ ਜਿਹੜੇ ਨੇ ਉਹ ਬੈਠੇ ਨੇ, ਔਰ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਵਿੱਚ ਨਾ ਧੁੱਪ ਦੀ ਪਰਵਾਹ ਕੀਤੀ, ਨਾ ਛਾਂ ਦੀ ਪਰਵਾਹ ਕੀਤੀ, ਨਾ ਬਰਸਾਤ ਦੀ, ਔਰ ਲਗਾਤਾਰ ਚਾਹੇ ਇੱਕ ਬੰਦਾ ਬੈਠਾ ਹੈ, ਚਾਹੇ 10 ਬੈਠੇ ਆ, ਲਗਾਤਾਰ ਬੈਠੇ ਨੇ ਔਰ ਆਪਣਾ ਹੱਕ ਜਿਹੜਾ ਪ੍ਰਸ਼ਾਸਨ ਕੋਲੋਂ ਔਰ ਸਰਕਾਰ ਕੋਲੋਂ ਮੰਗ ਰਹੇ ਨੇ। ਔਰ ਉਹਨਾਂ ਦੇ ਉੱਤੇ ਇਹੋ ਜਿਹਾ ਵਿਅੰਗ ਕਰਨਾ ਜਿਹੜਾ ਮੇਰੇ ਖਿਆਲ 'ਚ ਵਿਧਾਇਕ ਸਾਹਿਬ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ। ਔਰ ਉਹਨਾਂ ਨੇ ਕਿਸ ਤਰੀਕੇ ਨਾਲ ਕਿਹਾ ਕਿ TRP ਤੇ ਉਹਨਾਂ ਨੇ ਲੈਣੀ ਹੈ, ਵੀ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ, ਕਿ ਕੋਈ ਸਮਾਜ ਦੇ ਵਿੱਚ ਇਹੋ ਜਿਹਾ ਕਰਨਾ, ਉਹਦੇ ਆਪਣਾ ਹੱਕ ਨੂੰ ਕਿਸੇ ਨੇ ਮਿਹਨਤ ਦੀ ਪੈਸੇ ਵਾਪਸ ਲੈਣ ਵਾਸਤੇ ਔਰ ਆਪਣੇ ਬੱਚਿਆਂ ਦੇ ਉੱਤੇ, ਆਪਣੇ ਫਿਊਚਰ ਦੇ ਉੱਤੇ ਖਰਚ ਕਰਨ ਵਾਸਤੇ ਬੈਠੇ ਨੇ। ਔਰ ਉਹ ਉਹਨਾਂ ਦਾ ਮਸਲਾ ਅਗਰ 2 ਸਾਲ ਦਾ ਹੱਲ ਨਹੀਂ ਹੋਇਆ ਤੇ MLA ਸਾਹਿਬ ਕੱਲ ਮਸਲਾ ਹੱਲ ਕਰ ਦਿੰਦੇ ਨੇ ਤੇ ਉਹ ਆਪਣੇ ਆਪਣੇ ਘਰਾਂ ਜਾਣਗੇ ਔਰ MLA ਸਾਹਿਬ ਦਾ ਧੰਨਵਾਦ ਵੀ ਕਰਨਗੇ। ਬਾਰ-ਬਾਰ ਵਿਧਾਇਕ ਵੱਲੋਂ, ਮੌਜੂਦਾ ਪਠਾਨਕੋਟ ਦੇ ਵਿਧਾਇਕ ਵੱਲੋਂ ਕਿਹਾ ਜਾਂਦਾ ਹੈ ਕਿ ਹੱਲ ਹੋ ਜਾਏਗਾ, ਇੰਨੀ ਤਰੀਕ ਨੂੰ ਹੱਲ ਹੋ ਜਾਏਗਾ, ਪਰ ਉਸ ਤੋਂ ਬਾਅਦ ਵੀ ਜਿਹੜਾ ਹੱਲ ਨਹੀਂ ਹੁੰਦਾ ਦਿਖਾਈ ਦਿੰਦਾ। ਜਿਹੜੇ ਖਾਤਾ ਧਾਰਕ ਉਹਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਨੇ, ਉਹਨਾਂ ਨੂੰ ਮੈਮੋਰੈਂਡਮ ਦੇਣ ਜਾਂਦੇ ਨੇ, ਉਹ ਐਕਸੈਪਟ ਕਰਨਾ ਤੇ ਦੂਰ, ਉਹ ਤੇ ਆਪਣੇ ਘਰ ਦਾ ਗੇਟ ਵੀ ਨਹੀਂ ਖੋਲਦੇ। ਤੁਹਾਨੂੰ ਕੀ ਲੱਗਦਾ ਇਸ ਬਾਰੇ? ਦੇਖੋ ਜੀ, ਕਿਸੇ ਸਮੱਸਿਆ ਤੋਂ ਭੱਜ ਕੇ, ਦੂਰ ਦੌੜ ਕੇ ਜਿਹੜਾ ਉਹ ਸਮੱਸਿਆ ਦਾ ਹੱਲ ਜਿਹੜਾ ਉਹ ਨਹੀਂ ਹੋ ਸਕਦਾ। ਪਹਿਲਾਂ ਤੇ ਉਹਨਾਂ ਨੂੰ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਮੈਮੋਰੈਂਡਮ ਨਹੀਂ ਲੈ ਰਹੇ, ਇੱਕ ਬਹੁਤ ਹੀ ਮਾੜੀ ਗੱਲ ਹੈ ਕਿ ਅਗਰ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ, ਇੱਕ ਵੋਟ ਦੀ ਵੀ ਕੀਮਤ ਉਨੀ ਹੁੰਦੀ ਹੈ ਤੇ 10 ਵੋਟਾਂ ਦੀ ਵੀ ਹੁੰਦੀ, ਇੱਕ ਵੋਟ ਤੋਂ ਵੀ ਕਈ ਵਾਰੀ ਜਿਹੜਾ ਕੋਈ ਵਿਧਾਇਕ ਜਾਂ ਕੋਈ ਨੁਮਾਇੰਦਾ ਜਿਹੜਾ ਉਹ ਰਹਿ ਜਾਂਦਾ ਹੈ, ਤੇ ਇੱਕ ਵੋਟ ਦੀ ਵੈਲਿਊ ਵੀ ਉਨੀ ਸਮਝਣੀ ਚਾਹੀਦੀ ਆ। ਅਗਰ ਉਹ ਆਪਣਾ ਦੁੱਖੜਾ ਲੈ ਕੇ, ਆਪਣੀ ਦੁੱਖ ਤਕਲੀਫ ਲੈ ਕੇ ਉਹਨਾਂ ਦੇ ਘਰ ਜਾਂਦੇ ਨੇ, ਤੇ ਮੇਰੇ ਹਿਸਾਬ ਨਾਲ ਤੇ ਉਹਨਾਂ ਨੂੰ ਉਹਨਾਂ ਦੀ ਗੱਲ ਸੁਣਨ ਦੇ ਨਾਲ ਚਾਹ ਪਾਣੀ ਔਰ ਲੰਚ ਔਰ ਡਿਨਰ ਵੀ ਜਿਹੜਾ ਉਹ ਕਰਾਉਣਾ ਚਾਹੀਦਾ ਕਿ ਪਬਲਿਕ ਵੀ ਉਹਨਾਂ ਦੀ ਵੋਟਾਂ ਲੈ ਕੇ ਉਹ ਵਿਧਾਇਕ ਬਣੇ ਨੇ, ਤੇ ਅੱਜ ਉਹੋ ਜਿਹੀਆਂ ਗੱਲਾਂ ਕਰਨਗੇ TRP ਲੈਣ ਵਾਸਤੇ ਜਾਂ ਉਹੋ ਜਿਹੀ ਗੱਲ ਹੈ, ਤੇ ਮੇਰੇ ਖਿਆਲ 'ਚ ਦੇ ਵਿੱਚ ਇੱਕ ਛੋਟੀ ਸੋਚ ਦੀ ਜਿਹੜੀ ਉਹ ਦਰਸਾਉਂਦੇ। ਜੇ ਗੱਲ ਕਰੀਏ ਅਕਸ਼ੈ ਜੀ ਡਿਫਾਲਟਰਾਂ ਦੀ, ਬੈਂਕ ਦੇ ਡਿਫਾਲਟਰਾਂ ਦੀ, ਉਹ ਅੱਜ ਵੀ ਆਪਣੇ ਘਰ 'ਚ AC 'ਚ ਬੈਠੇ ਨੇ, ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਹੇ ਨੇ, ਪਰ ਜਿਹੜੇ ਆਪਣੇ ਹੀ ਪੈਸੇ ਲੈਣ ਲਈ ਖਾਤਾ ਧਾਰਕ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਹੜੇ ਡਿਫਾਲਟਰਸ ਨੇ ਨਾ, ਉਹਨਾਂ ਦੀ ਵਿਆਖਿਆ ਜਿਹੜੀ ਹੈ ਨਾ, ਉਹ ਥੋੜੀ ਜੀ ਹੁਣ ਜ਼ਰੂਰਤ ਹੈ ਕਿ ਉਸ ਚੀਜ਼ ਨੂੰ ਬਦਲਣ ਦੀ, ਚੇਂਜ ਕਰਨ ਦੀ। ਉਹ ਕਿਉਂ? ਕਿਉਂਕਿ ਜਿਹੜੇ ਡਿਫਾਲਟਰ ਸੀਗੇ ਉਹ 80 ਕਰੋੜ NPA ਜਿਹੜਾ ਹੈ ਉਹਨਾਂ ਕਰਕੇ ਹੋਇਆ ਸੀਗਾ, ਬਟ ਉਹਨਾਂ ਨੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ, 90% ਉਹ ਪੈਸੇ ਆ ਗਏ ਨੇ। ਉਹਨਾਂ ਨੂੰ ਡਿਫਾਲਟਰ ਫॉर द ਟਾਈਮ ਬੀਇੰਗ ਉਦੋਂ ਕਿਹਾ ਗਿਆ ਸੀਗਾ, ਪਰ ਹੁਣ ਉਹਨਾਂ ਨੂੰ ਕਹਿਣਾ ਜਿਹੜਾ ਮੇਰੇ ਹਿਸਾਬ ਨਾਲ ਵਾਜਬ ਨਹੀਂ ਬਣਦਾ, ਕਿਉਂਕਿ ਉਹਨਾਂ ਨੇ ਪੈਸੇ ਚਲੋ ਜ਼ਰੂਰ ਹੈ ਲੇਟ ਦਿੱਤੇ ਨੇ, ਪਰ ਦਿੱਤੇ ਜ਼ਰੂਰ ਨੇ, ਚਾਹੇ ਕਿਸ਼ਤਾਂ ਨਾਲ ਦੇ ਰਹੇ ਨੇ। ਤੇ ਹੁਣ ਉਹਨਾਂ ਨੂੰ ਥੋੜੀ ਉਹਦੀ ਵਿਆਖਿਆ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਬਦਲਣੀ ਚਾਹੀਦੀ ਆ। ਔਰ ਦੂਸਰੀ ਗੱਲ ਇਹ ਹੈ ਕਿ ਜਿਸ ਕਰਮਚਾਰੀ ਦਾ ਨਾਂ ਇਸ ਬੈਂਕ ਦੇ ਵਿੱਚ ਸਭ ਤੋਂ ਵੱਧ ਉੱਭਰ ਕੇ ਆ ਰਿਹਾ ਕਿ ਜਿਸ ਨੇ ਬੈਂਕ ਦੇ ਸਤਿਆਨਾਸ਼ ਜਿਹੜਾ ਉਸ ਬੈਂਕ ਦਾ ਕੀਤਾ, ਉਹ ਸਾਰੀ ਪਬਲਿਕ ਨੂੰ ਪਤਾ ਹੈ। ਅਸੀਂ ਪਬਲਿਕਲੀ ਉਹਦਾ ਨਾਮ ਨਹੀਂ ਲੈਣਾ ਚਾਹੁੰਦੇ, ਨਹੀਂ ਲੈਣਾ ਚਾਹੀਦਾ। ਪਰ ਅਸੀਂ ਜਦੋਂ ਧਰਨਾ ਲਾਇਆ ਸੀਗਾ, ਜਦੋਂ ਸਾਲ ਪੂਰਾ ਧਰਨੇ ਦਾ ਹੀ ਕਾਲਾ ਦਿਵਸ ਮਨਾਇਆ ਸੀਗਾ, ਔਰ ਉਦੋਂ ਕਿਸੇ ਬੁਲਾਰੇ ਨੇ, ਕਿਸੇ ਸੰਸਥਾ ਦੇ ਮੈਂਬਰ ਨੇ, ਮੇਨ ਮੈਂਬਰ ਨੇ ਕਿਹਾ ਸੀਗਾ ਕਿ ਉਸ ਪਰਸਨ ਕੋਲ 1000 ਕਰੋੜ ਰੁਪਏ ਦੀ ਪ੍ਰਾਪਰਟੀ ਹੈ। ਕਿੰਨੇ ਦੀ? 1000 ਕਰੋੜ ਰੁਪਏ ਦੀ ਪ੍ਰਾਪਰਟੀ ਆ, ਜਦ ਕਿ ਸਾਡਾ ਜਿਹੜੇ 90,000 ਤੇ 10,000 ਅਕਾਊਂਟ ਸ਼ੇਅਰ ਹੋਲਡਰਸ ਨੇ, ਉਹਨਾਂ ਦਾ 240 ਕਰੋੜ ਰੁਪਏ ਹੈ। ਔਰ ਮੈਂ ਤੁਹਾਡੇ ਮੀਡੀਆ ਰਾਹੀਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਨਾ, ਸਰਕਾਰ, ਸੈਂਟਰਲ ਸਰਕਾਰ ਅੱਗੇ ਵੀ, ਪੰਜਾਬ ਸਰਕਾਰ ਅੱਗੇ ਵੀ ਮੰਗ ਕਰਨਾ ਕਿ ਜਿਸ ਪਰਸਨ ਨੇ ਇਸ ਬੈਂਕ ਨੂੰ ਇੱਥੋਂ ਤੱਕ ਪਹੁੰਚਾਇਆ ਹੈ, ਇੰਨੀ ਲੁੱਟ ਕੀਤੀ ਹੈ ਇਸ ਬੈਂਕ ਦੇ ਵਿੱਚ, ਉਹ ਸਾਰੇ ਇਸ ਬੈਂਕ ਦੀ ਜਿਹੜੀ ਫੋਰੈਂਸਿਕ ਜਾਂਚ ਜਿਹੜੀ ਹੋਣੀ ਚਾਹੀਦੀ ਹੈ। ਫੋਰੈਂਸਿਕ ਜਾਂਚ ਜਿਹੜੀ ਹੈ ਉਹ ਪਤਾ ਦੱਸੇਗੀ
ਵੀ ਕੀ ਇਹਦੇ ਵਿੱਚ ਐਕਚੁਅਲੀ ਪੋਜੀਸ਼ਨ ਇਹਦੇ ਵਿੱਚ ਕੀ ਹੈ, ਕਿਸ ਤਰ੍ਹਾਂ ਇਹਦੇ ਵਿੱਚ ਜਿਹੜੀ ਹੈ ਮਿਸਮੈਨੇਜਮੈਂਟ ਪਰ ਹੋਈ ਹੈ। ਵਿਧਾਇਕ ਸਾਹਿਬ ਤੇ ਕਹਿ ਰਹੇ ਨੇ ਇਸ ਤਰ੍ਹਾਂ- ਪਿਛਲੇ 1 ਸਾਲ ਤੋਂ ਫੋਰੈਂਸਿਕ ਜਾਂਚ ਚੱਲ ਰਹੀ ਹੈ, ਕਿਆ ਹਜੇ ਤੱਕ ਕੰਪਲੀਟ ਨਹੀਂ ਹੋ ਪਾਈ? ਨਹੀਂ, ਹੁਣ ਹਜੇ ਤੱਕ ਕੋਈ ਕੰਪਲੀਟ ਨਹੀਂ, ਕੋਈ ਚਿਹਰੇ ਜਿਹੜੇ ਸਾਹਮਣੇ ਨਹੀਂ ਆਏ ਹਜੇ ਤੱਕ, ਕਿ ਉਹ ਚਿਹਰੇ ਜਿਹੜੇ ਆ ਉਹ ਅਰੈਸਟ ਵੀ ਨਹੀਂ ਹੋ ਸਕੇ। ਤੁਹਾਨੂੰ ਔਰ ਲੱਗਦਾ ਹੈ ਫੋਰੈਂਸਿਕ ਇੰਨਾ- ਇੱਕ ਮੈਡਮ ਇੰਨਾ ਫੋਰੈਂਸਿਕ ਵੱਡੇ- ਜਾਂਚ ਦੇ ਵਿੱਚ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣਾ ਚਾਹੁੰਦਾ, ਇੱਕ ਸੂਤਰਾਂ ਤੋਂ ਕੀ ਜਾਂ ਕਿਸੇ ਤੋਂ ਪਤਾ ਵੀ ਲੱਗਾ ਕਿ ਜਿਹੜੇ ਬੈਂਕ ਦੇ ਲੋਨ ਦਿੱਤੇ ਗਏ ਨੇ ਉਸ ਪੇਪਰ ਦੇ ਉੱਤੇ ਫੋਟੋ ਕਿਸੇ ਦੀ ਲੱਗੀ ਹੈ, ਪੇਪਰ ਜਿਹੜੇ ਉਹ ਹੋਰ ਕਿਸੇ ਦੇ ਨੇ, ਔਰ ਉਹ ਜ਼ਮੀਨ ਐਟ ਪ੍ਰੈਜ਼ੈਂਟ ਉੱਤੇ ਹੈ ਹੀ ਨਹੀਂ। ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ, ਪਰ ਉਹ ਜਾਂਚ ਕਿਸ ਤਰ੍ਹਾਂ ਹੋਏਗੀ, ਕਿਸ ਤਰ੍ਹਾਂ ਲੋਕਾਂ ਸਾਹਮਣੇ ਸੱਚਾਈ ਆਏਗੀ, ਉਹ ਫੋਰੈਂਸਿਕ ਜਾਂਚ ਨਾਲ ਹੀ ਤੁਸੀਂ ਆਏਗੀ। ਇੰਨਾ ਵੱਡਾ ਘੁਟਾਲਾ, ਇੰਨੇ ਉੱਚੇ ਦਰ ਤੇ ਘੁਟਾਲਾ, ਤੁਸੀਂ ਰਾਜਨੀਤਿਕ ਸ਼ੈਲਟਰ ਨੂੰ ਨਹੀਂ ਮੰਨਦੇ? ਨਹੀਂ, ਰਾਜਨੀਤਿਕ ਸ਼ੈਲਟਰ ਵੀ ਹੋ ਕਿਤੇ ਨਾ ਸਕਦੀ ਕਿਤੇ ਹੈ, ਸ਼ੈਲਟਰ ਤੇ ਹੋਏਗਾ। ਕਿ ਸ਼ੈਲਟਰ ਤੇ ਹੋਏਗਾ, ਬਟ ਜਿਹੜਾ ਆਫੀਸਰ ਉਸ ਕੁਰਸੀ ਤੇ ਬੈਠਾ ਹੈ ਉਹਨੂੰ ਉਹਦੇ ਨਾਲ ਨਿਆਂ ਜਿਹੜਾ ਉਹ ਕਰਨਾ ਚਾਹੀਦਾ ਹੈ, ਕਿ ਉਹ ਕੁਰਸੀ ਤੇ ਬੈਠਾ ਹੈ ਕਿ ਉਹਨੂੰ ਅਗਰ ਪਾਵਰਾਂ ਮਿਲੀਆਂ ਉਹ ਪਾਵਰਾਂ ਜਿਹੜੀਆਂ ਜਨਤਾ ਦੇ ਹਿੱਤ ਵਾਸਤੇ ਵਰਤੇ, ਆਪਣੇ ਜਨਤਾ ਦੇ ਫਾਇਦੇ ਵਾਸਤੇ ਵਰਤੇ, ਜਨਤਾ ਨੂੰ ਸਹੂਲਤ ਦੇਣ ਵਾਸਤੇ ਵਰਤੇ, ਨਾ ਕਿ ਆਪਣੇ ਘਰ ਭਰਨ ਵਾਸਤੇ ਜਿਹੜਾ ਵਰਤੇ। ਕਿਉਂਕਿ ਉਸ ਪਰਸਨ ਦੀ ਜਾਂ ਉਸ ਟੀਮ ਦੀ ਇੰਨੀ ਤਨਖਾਹ ਨਹੀਂ ਹੋਏਗੀ ਕਿ ਜਿਹੜਾ 1000 ਕਰੋੜ ਰੁਪਏ ਦੀ ਪ੍ਰਾਪਰਟੀ ਖੜਾ ਕਰ ਲੇ। ਔਰ ਇਹਦੇ ਵਿੱਚ ਇਸੇ ਕਰਕੇ ਮੈਂ ਮੰਗ ਕਰਨਾ ਹੈ ਕਿ ਇਹ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ, ਜਿਹੜੇ ਕਲਪ੍ਰਿਟਸ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਆਮ ਜਨਤਾ ਨੂੰ ਜਿਹੜਾ ਨਿਆਂ ਮਿਲਣਾ ਚਾਹੀਦਾ ਹੈ, ਤਾਂ ਕਿ ਇੱਕ ਐਗਜ਼ਾਮਪਲ ਸੈੱਟ ਹੋ ਸਕੇ ਕਿ ਅੱਗੇ ਤੋਂ ਕੋਈ ਇਸ ਬੈਂਕ ਦਾ ਕਰਮਚਾਰੀ ਜਾਂ ਹੋਰ ਕਿਸੇ ਬੈਂਕ ਦਾ ਕਰਮਚਾਰੀ ਵੀ ਇਹੋ ਜਿਹੀ ਦੁਸਾਹਤ ਔਰ ਇਹੋ ਜਿਹਾ ਵੱਡਾ ਗੁਨਾਹ ਜਿਹੜਾ ਨਾ ਕਰ ਸਕੇ, ਕਿ ਜਿਹੜਾ ਸਿੱਧਾ ਜਨਤਾ ਦੇ ਅਰਮਾਨਾਂ ਦੇ ਨਾਲ, ਜਨਤਾ ਦੇ ਪੈਸੇ ਨਾਲ ਖੇਡ ਸਕੇ। ਸਰ, ਅਮਨ ਪੱਲਾ ਕਾਲਜ ਇੰਸਟੀਚਿਊਟ ਨੂੰ ਵੀ ਸੀਲ ਕੀਤਾ ਗਿਆ ਸੀਗਾ। ਨਹੀਂ, ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਜਿਹੜੀਆਂ ਟਰਮ ਬਾਈ ਟਰਮ ਜਿਹੜੀਆਂ ਕੰਡੀਸ਼ਨ ਸੀ ਉਹਨਾਂ ਨੇ ਆਪਣੇ ਪੈਸੇ ਜਿਹੜੇ ਦੇਣੇ ਸ਼ੁਰੂ ਕਰ ਦਿੱਤੇ ਨੇ, ਔਰ ਉਹ ਪੈਸੇ ਜਿਹੜੇ ਆ ਰਹੇ ਨੇ ਆਪਣੇ ਕਿਸ਼ਤਾਂ ਦੇ ਵਿੱਚ, EMI ਦੇ ਵਿੱਚ, ਜੋ ਵੀ ਉਹਨਾਂ ਨੇ ਸੈਟਲਮੈਂਟ ਕੀਤੀ ਬੈਂਕ ਦੇ ਵਿੱਚ। ਇਸ ਕਰਕੇ ਹੁਣ ਉਹ ਡਿਫਾਲਟਰ ਜਿਹੜੇ ਡਿਫਾਲਟਰਸ ਨਹੀਂ ਰਹੇ, ਉਹਨਾਂ ਨੇ ਆਪਣਾ ਜਿਹੜਾ ਲੇਟ ਜ਼ਰੂਰ ਹੋਏ ਨੇ, ਬਟ ਉਹਨਾਂ ਨੇ ਉਸੇ ਪੈਸੇ ਦੇ ਨਾਲ ਸਾਡਾ ਜਿਹੜਾ NPA ਹੈ ਉਹ 90-95% ਤੇ ਪਹੁੰਚ ਗਿਆ ਤੇ ਬੈਂਕ ਪ੍ਰੋਫਿਟ ਚ ਆਇਆ। ਐਟ ਲਾਸਟ ਸਰ, ਕੀ ਲੱਗਦਾ ਤੁਹਾਨੂੰ ਕਦੋਂ ਤੱਕ ਹਿੰਦੂ ਕੋਆਪਰੇਟਿਵ ਬੈਂਕ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ ਤੇ ਖਾਤਾਧਾਰਾਂ ਨੂੰ ਥੋੜਾ ਜਿਹਾ ਰਿਲੈਕਸੇਸ਼ਨ? ਦੇਖੋ ਜੀ, ਮੈਂ ਤੇ ਇਹੀ ਕਹਿਣਾ ਚਾਹੁੰਦਾ, ਜੋ ਮੈਂ ਸੋਚਦਾ, ਜੋ ਮੈਂ ਉੱਥੇ ਸਰਵੇ ਕੀਤਾ ਜਾਂ ਉੱਥੇ ਜੋ ਜਾਂਚ ਪੜਤਾਲ ਸਾਹਮਣੇ ਆਈ ਹੈ, ਮੈਂ ਪਠਾਨਕੋਟ ਦੇ ਵਿਧਾਇਕ ਸਾਹਿਬ ਨੂੰ, ਬੈਂਕ ਦੇ ਪ੍ਰਸ਼ਾਸਨ ਨੂੰ, ਸਾਡੀ ਐਡਮਿਨਿਸਟ੍ਰੇਸ਼ਨ ਨੂੰ ਔਰ RBI ਬੈਂਕ ਨੂੰ ਇੱਕ ਚੈਲੰਜ ਦੇ ਤੌਰ ਤੇ ਕਹਿਣਾ ਚਾਹੁੰਦਾ, ਚੈਲੰਜ ਕਰਨਾ ਹੈ ਕਿ ਅਗਰ ਉਹ ਆਪਣੀ ਨੀਤੀ ਸਹੀ ਤੇ ਨੀਅਤ ਸਾਫ਼ ਕਰ ਲੈਣ ਤੇ ਇਹ ਬੈਂਕ 10 ਦਿਨਾਂ ਦੇ ਵਿੱਚ ਵਿਦਨ 10 ਡੇਜ਼ ਜਿਹੜਾ ਬੈਂਕ ਦੁਬਾਰਾ ਖੁੱਲ ਸਕਦਾ ਹੈ ਵਿਦ ਕੰਡੀਸ਼ਨਸ। ਔਰ ਇਹਨੂੰ ਅਗਰ ਮਰਜ ਕਰਨਾ ਹੋਏ ਤੇ ਮਰਜ ਕਰਨ ਦਾ ਵੀ ਪ੍ਰੋਸੈਸ ਜਿਹੜਾ ਸ਼ੁਰੂ ਹੋ ਕੇ ਉਹਨੂੰ ਵੀ ਜਿਹੜਾ ਸਿਰੇ ਚਾੜਿਆ ਜਾ ਸਕਦਾ, ਉਹਦਾ ਵੀ ਰਿਜ਼ਲਟ ਆ ਸਕਦਾ ਹੈ। ਬਟ ਉਹਨੂੰ ਅਗਰ ਉਹਨਾਂ ਦੇ ਵਿੱਚ ਕੋਈ ਕਿੰਤੂ ਪਰੰਤੂ ਉਹਨਾਂ ਨੂੰ ਲੱਗਦਾ ਹੈ ਤੇ ਮੈਂ ਤੁਹਾਡੇ ਮੀਡੀਆ ਔਰ ਸਾਰੇ ਮੀਡੀਆ ਸਾਹਮਣੇ ਮੈਂ ਉਹਨਾਂ ਨੂੰ ਇੱਕ ਆਵਾਹਨ ਕਰਨਾ ਹੈ ਕਿ ਉਹ ਸਾਰੇ ਮੀਡੀਆ ਨੂੰ ਸੱਦ ਕੇ ਅਸੀਂ ਜਿਹੜੇ ਸਾਡੇ ਮੈਂ ਵੀ ਔਰ ਜਿਹੜੇ ਸਾਡੇ ਧਰਨਾ ਜਿਹੜੇ ਸਮਿਤੀ ਵਾਲੇ ਮੈਂਬਰ ਵਾਲੇ ਆ, ਸਾਰੇ ਪਠਾਨਕੋਟ ਵਾਸੀ ਅਗਰ ਚਾਹੁਣ, ਜਿਹੜੇ ਵੀ ਵੈਲਫੇਅਰ ਸੁਸਾਇਟੀਜ਼ ਵਾਲੇ ਆ, ਉਹਨਾਂ ਦੇ ਨਾਲ ਓਪਨ ਡਿਬੇਟ ਹੋਏ। MLA ਸਾਹਿਬ ਵੀ ਦੱਸਣ ਵੀ ਉਹਨਾਂ ਨੇ 2 ਸਾਲ 'ਚ ਕੀ ਕੀਤਾ, RBI ਵਾਲੇ ਵੀ ਸੱਚਾਈ ਦੱਸਣ ਵੀ ਉਹਨਾਂ ਨੇ ਕੰਡੀਸ਼ਨਾਂ ਕਿਹੜੀਆਂ ਲਾਈਆਂ, ਔਰ ਬੈਂਕ ਵਾਲੇ ਵੀ ਸੱਚ ਦੱਸਣ ਵੀ ਅਸੀਂ ਕੀ ਅੱਜ ਤੱਕ ਕੀਤਾ। ਫਿਰ ਅਸੀਂ ਦੱਸਾਂਗੇ ਕਿ ਵੀ ਇਹ ਬੈਂਕ ਕਿਸ ਤਰ੍ਹਾਂ ਖੁੱਲ ਸਕਦਾ ਹੈ। ਮੈਂ ਦਾਅਵੇ ਨਾਲ ਕਹਿੰਦਾ, ਅਗਰ ਨੀਤੀ ਸਹੀ ਔਰ ਨੀਅਤ ਸਾਫ਼ ਕਰ ਲਈਏ 10 ਦਿਨਾਂ ਦੇ ਵਿੱਚ ਬੈਂਕ ਜਿਹੜਾ ਵਿਦ ਕੰਡੀਸ਼ਨਸ ਖੁੱਲ ਸਕਦਾ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ, ਧੰਨਵਾਦ। ਤੇ ਇਸ ਨਾਲ ਸਾਡੇ ਨਾਲ ਕਾਂਗਰਸੀ ਲੀਡਰ ਅਕਸ਼ੇ ਪੁੰਜ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਫੋਰੈਂਸਿਕ ਜਾਂਚ ਦੀ ਮੰਗ ਕਰਦੇ ਨੇ ਤੇ ਨਾਲ ਹੀ ਉਹਨਾਂ ਨੇ ਰਾਜਨੀਤਿਕ ਸ਼ੈਲਟਰ ਦੀ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਪੋਲੀਟੀਕਲ ਸ਼ੈਲਟਰ ਵੀ ਕਿਤੇ ਨਾ ਕਿਤੇ ਇਸ ਘੁਟਾਲੇ ਦੇ ਪਿੱਛੇ ਬਾਰ-ਬਾਰ ਉਹ ਇਹੀ ਸਰਕਾਰ ਕੋਲੋਂ ਮੰਗ ਕਰਦੇ ਨੇ ਕਿ ਇਸ ਦੀ ਪੂਰੀ ਗੰਭੀਰਤਾ ਦੇ ਨਾਲ ਜਿਹੜੀ ਹੈ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ। ਤੇ ਉਹਨਾਂ ਨੇ ਮੌਜੂਦਾ ਵਿਧਾਇਕ ਦੇ ਵੀ ਤੰਜ ਕੱਸਦੇ ਹੋਏ ਕਈ ਗੱਲਾਂ ਕਹੀਆਂ ਨੇ। ਵੀਡੀਓ ਜਰਨਲਿਸਟ ਪ੍ਰਸ਼ਾਂਤ ਜਸਟੂਟੀਆ ਦੇ ਨਾਲ ਮਹਿਕ ਰੰਧਾਵਾ, KRT ਨਿਊਜ਼, ਪਠਾਨਕੋਟ।